ਇਹ ਪਿੰਤੇਕੁਸ ਦੇ ਦਿਨ ਦੀ ਆਸ਼ੀਸ਼ਿਤ ਦੁਪਹਿਰ ਦੀ ਆਰਾਧਨਾ ਹੈ। ਹੋਸ਼ੇ ਅਧਿਆਇ 6 ਕਹਿੰਦਾ ਹੈ ਕਿ ਅਸੀਂ ਪਵਿੱਤਰ ਆਤਮਾ ਤਦ ਹੀ ਪ੍ਰਾਪਤ ਕਰ ਸਕਦੇ ਹਾਂ ਜਦ ਅਸੀਂ ਪਰਮੇਸ਼ਵਰ ਨੂੰ ਜਾਣਦੇ ਹਾਂ ਅਤੇ ਸਵੀਕਾਰ ਕਰਦੇ ਹਾਂ। ਕੀ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਵੀ ਨਹੀਂ ਕਿਹਾ ਗਿਆ ਹੈ ਕਿ ਆਤਮਾ ਅਤੇ ਲਾੜੀ ਪੂਰੀ ਮਨੁੱਖ ਜਾਤੀ ਨੂੰ ਜੀਵਨ ਦਾ ਜਲ ਦਿੰਦੇ ਹਨ? ਇਸ ਦਾ ਮਤਲਬ ਹੈ ਕਿ ਜਦ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੋਵਾਂ ਨੂੰ ਸਮਝਦੇ ਹਾਂ ਤਦ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਵਿੱਤਰ ਆਤਮਾ ਦੇ ਕਾਫੀ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਾਂ। ਅੱਜ ਆਓ ਅਸੀਂ ਮਾਤਾ ਜੀਵਨ ਦੇ ਜਲ ਦਾ ਸੋਤਾ ਉਪਦੇਸ਼ ਸਿਰਲੇਖ ਹੇਠ ਪਰਮੇਸ਼ਵਰ ਦੇ ਵਚਨਾਂ ਨੂੰ ਸਾਂਝਾ ਕਰੀਏ। ਜੀਵਨ ਦੇ ਜਲ ਦੇ ਸੋਤੇ ਦੇ ਸੰਬੰਧ ਵਿੱਚ ਆਓ ਪਹਿਲਾਂ ਜਲ ਦੇ ਵਿਸ਼ੇ ਵਿੱਚ ਵਿਚਾਰ ਕਰੀਏ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਨੁੱਖ ਦੇ ਸਰੀਰ ਦਾ 70% ਹਿੱਸਾ ਪਾਣੀ ਨਾਲ ਨਹੀਂ ਬਣਿਆ ਹੈ। ਕੀ ਹੋਵੇਗਾ ਜੇਕਰ ਅਸੀਂ ਆਪਣੇ ਸਰੀਰ ਵਿੱਚੋਂ 1 ਜਾਂ 2% ਪਾਣੀ ਨੂੰ ਗਵਾ ਦਈਏ? ਅਸੀਂ ਬਹੁਤ ਜ਼ਿਆਦਾ ਪਿਆਸ ਮਹਿਸੂਸ ਕਰਾਂਗੇ। ਅਤੇ ਜੇਕਰ ਸਾਡੇ ਸਰੀਰ ਵਿੱਚ 12% ਪਾਣੀ ਦੀ ਕਮੀ ਹੋ ਜਾਵੇ ਤਾਂ ਕੀ ਨਤੀਜਾ ਹੋਵੇਗਾ? ਜੇਕਰ ਇਸ ਤਰ੍ਹਾਂ ਹੁੰਦਾ ਤਾਂ ਨਤੀਜਾ ਭਿਆਨਕ ਹੁੰਦਾ। ਇਸ ਦੇ ਦੁਆਰਾ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਪਾਣੀ ਨਾਲ ਸਾਡਾ ਜੀਵਨ ਕਿੰਨਾ ਜ਼ਿਆਦਾ ਅਟੁੱਟ ਹੈ। ਇਸ ਦੇ ਦੁਆਰਾ ਕਿ ਅਸੀਂ ਸਪਸ਼ਟ ਰੂਪ ਨਾਲ ਨਹੀਂ ਸਮਝ ਸਕਦੇ ਕਿ ਸਾਡੇ ਉੱਪਰ ਪਾਣੀ ਦਾ ਕਿੰਨਾ ਵੱਡਾ ਪ੍ਰਭਾਵ ਹੈ। ਸਿੱਟੇ ਵਜੋਂ ਪਾਣੀ ਸਾਡੇ ਜੀਵਨ ਦੇ ਲਈ ਜ਼ਰੂਰੀ ਹੈ। ਇਹ ਕਹਿਣਾ ਬਹੁਤ ਜ਼ਿਆਦਾ ਨਹੀਂ ਹੈ ਕਿ ਜਲ ਹੀ ਜੀਵਨ ਹੈ। ਇਸ ਤਰ੍ਹਾਂ ਸਾਡੇ ਆਤਮਿਕ ਜੀਵਨ ਲਈ ਕੀ ਜ਼ਰੂਰੀ ਹੈ, ਇਹ ਆਤਮਿਕ ਦੁਨੀਆ ਉੱਤੇ ਵੀ ਲਾਗੂ ਹੁੰਦਾ ਹੈ। ਉਸੇ ਤਰ੍ਹਾਂ ਆਤਮਿਕ ਦੁਨੀਆ ਵਿੱਚ ਕੋਈ ਵੀ ਜੀਵਨ ਦੇ ਜਲ ਤੋਂ ਬਿਨਾਂ ਨਹੀਂ ਰਹਿ ਸਕਦਾ। ਕੀ ਤੁਸੀਂ ਇਹ ਨਹੀਂ ਸਿੱਖਿਆ ਕਿ ਇਹ ਸਰੀਰਕ ਦੁਨੀਆ ਆਤਮਿਕ ਦੁਨੀਆ ਦੀ ਨਕਲ ਅਤੇ ਪਰਛਾਵਾਂ ਹੈ? ਧਰਤੀ ਜੋ ਹੈ ਉਹ ਸਵਰਗ ਦੀ ਵਸਤੂਆਂ ਦੀ ਨਕਲ ਅਤੇ ਪਰਛਾਵਾਂ ਹੈ। ਜਿਸ ਤਰ੍ਹਾਂ ਸਰੀਰਕ ਦੁਨੀਆ ਵਿੱਚ ਪਾਣੀ ਸਾਡੇ ਜੀਵਨ ਨੂੰ ਬਣਾਈ ਰੱਖਦਾ ਹੈ, ਠੀਕ ਉਸ ਤਰ੍ਹਾਂ ਇਹ ਸਿਧਾਂਤ ਆਤਮਿਕ ਦੁਨੀਆ ਉੱਤੇ ਵੀ ਲਾਗੂ ਹੁੰਦਾ ਹੈ। ਕਿਉਂਕਿ ਸਾਡੇ ਸਰੀਰ ਦਾ ਲਗਭਗ 70% ਹਿੱਸਾ ਪਾਣੀ ਨਾਲ ਬਣਿਆ ਹੈ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਹਾਂ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਸਾਡਾ ਸਰੀਰ ਹੀ ਪਾਣੀ ਹੈ। ਇਹ ਕਹਿਣਾ ਅਜੀਬ ਲੱਗ ਸਕਦਾ ਹੈ, ਪਰ ਸਾਡਾ ਸਰੀਰ 70% ਪਾਣੀ ਨਾਲ ਬਣਿਆ ਹੈ। ਤਾਂ ਅਸਲ ਵਿੱਚ ਇਸ ਨੂੰ ਇਸ ਤਰ੍ਹਾਂ ਵਿਚਾਰ ਕਰਨਾ ਅਤੀ ਕਥਨੀ ਨਹੀਂ ਹੋਵੇਗਾ। ਜਦ ਸਾਡਾ ਸਰੀਰ ਆਪਣੇ ਪਾਣੀ ਦਾ 1 ਜਾਂ 2% ਭਾਗ ਗਵਾ ਦਿੰਦਾ ਹੈ ਤਾਂ ਸਾਨੂੰ ਪਿਆਸ ਲੱਗਦੀ ਹੈ ਅਤੇ 12% ਪਾਣੀ ਗਵਾਉਣ ਨਾਲ ਸਾਡਾ ਜੀਵਨ ਜ਼ਿਆਦਾ ਖਤਰੇ ਵਿੱਚ ਹੋਵੇਗਾ। ਤਦ ਧਰਤੀ ਉੱਤੇ ਇਹ ਜੀਵਨ ਦਾ ਜਲ ਸਾਨੂੰ ਕੌਣ ਦੇਵੇਗਾ ਜੋ ਸਾਡੇ ਆਤਮਿਕ ਜੀਵਨ ਲਈ ਬਹੁਤ ਮਹੱਤਵਪੂਰਨ ਹੈ? ਅੱਜ ਸਾਨੂੰ ਇਸ ਮਾਮਲੇ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੈ। ਇਹੀ ਕਾਰਨ ਹੈ ਕਿ ਅੱਜ ਦਾ ਉਪਦੇਸ਼ ਸਿਰਲੇਖ ਮਾਤਾ ਜੀਵਨ ਦੇ ਜਲ ਦਾ ਸੋਤਾ ਹੈ। ਇਸ ਮਹੱਤਵਪੂਰਨ ਆਤਮਿਕ ਜੀਵਨ ਦੇ ਜਲ ਨੂੰ ਸਾਨੂੰ ਕੌਣ ਪ੍ਰਦਾਨ ਕਰ ਸਕਦਾ ਹੈ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਦੀ ਪੁਸਤਕ ਨੂੰ ਖੋਲਦੇ ਹੋਏ ਪਰਮੇਸ਼ਵਰ ਦੇ ਵਚਨ ਨੂੰ ਦੇਖੀਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17। ਆਤਮਾ ਅਤੇ ਲਾੜੀ ਦੋਵੇਂ ਕਹਿੰਦੇ ਹਨ ਆਓ, ਅਤੇ ਸੁਣਨ ਵਾਲਾ ਵੀ ਕਹੇ ਆਓ। ਜੋ ਪਿਆਸਾ ਹੋਵੇ ਉਹ ਆਵੇ, ਅਤੇ ਜੋ ਕੋਈ ਚਾਹੇ ਉਹ ਕਿਸ ਤਰ੍ਹਾਂ ਦਾ ਜਲ ਲਵੇ? ਜੀਵਨ ਦਾ ਜਲ ਮੁਫਤ ਵਿੱਚ ਲਵੇ। ਇਹ ਕਹਿਣਾ ਬਹੁਤ ਜ਼ਿਆਦਾ ਨਹੀਂ ਹੈ ਕਿ ਸਭ ਤੋਂ ਮਹੱਤਵਪੂਰਨ ਸਿੱਖਿਆ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਲਿਖੀ ਗਈ ਸੀ। ਸਿਰਫ ਕੌਣ ਅਤੇ ਕੌਣ ਸਾਨੂੰ ਜੀਵਨ ਦਾ ਜਲ ਦੇ ਸਕਦੇ ਹਨ? ਇਹ ਸਪਸ਼ਟ ਰੂਪ ਨਾਲ ਲਿਖਿਆ ਗਿਆ ਹੈ ਕਿ ਆਤਮਾ ਤੇ ਲਾੜੀ ਜੀਵਨ ਦਾ ਜਲ ਦਿੰਦੇ ਹਨ। ਦੁਨੀਆ ਦੇ ਸਾਰੇ ਲੋਕਾਂ ਨੂੰ ਆਤਮਾ ਅਤੇ ਲਾੜੀ ਕੋਲ ਆਉਣਾ ਚਾਹੀਦਾ ਹੈ। ਇਸ ਲਈ ਸਾਨੂੰ ਪਹਿਲਾਂ ਸਿੱਖਣਾ ਚਾਹੀਦਾ ਹੈ ਕਿ ਪਵਿੱਤਰ ਆਤਮਾ ਕੌਣ ਹੈ ਅਤੇ ਲਾੜੀ ਕੌਣ ਹੈ। ਉਸ ਦੇ ਬਾਅਦ ਹੀ ਅਸੀਂ ਆਤਮਾ ਅਤੇ ਲਾੜੀ ਦੇ ਕੋਲ ਜਾ ਸਕਦੇ ਹਾਂ, ਹੈ ਨਾ? ਤ੍ਰਿਏਕ ਦੀ ਧਾਰਨਾ ਨੂੰ ਦੇਖੀਏ ਤਾਂ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਇੱਕੋ ਹਨ। ਇਹ ਸਮਝਣ ਦੇ ਲਈ ਕਿ ਪਵਿੱਤਰ ਆਤਮਾ ਕੌਣ ਹੈ ਕਿ ਸਾਨੂੰ ਪਿਤਾ ਅਤੇ ਪੁੱਤਰ ਦੇ ਬਾਰੇ ਵਿੱਚ ਨਹੀਂ ਸਿੱਖਣਾ ਚਾਹੀਦਾ। ਫਿਰ ਆਤਮਾ ਕਿਸ ਨੂੰ ਦਰਸਾਉਂਦਾ ਹੈ? ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਨਰ ਸਰੂਪ ਦੇ ਪਰਮੇਸ਼ਵਰ ਅਰਥਾਤ ਪਿਤਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ। ਇਹ ਲਿਖਿਆ ਹੈ ਕਿ ਪਿਤਾ ਪਰਮੇਸ਼ਵਰ ਹੈ ਅਤੇ ਦੂਸਰਾ ਕੌਣ ਹੈ? ਸਾਡੇ ਪਿਤਾ ਦੀ ਲਾੜੀ ਕੌਣ ਹੈ?
ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਅਤੇ ਇੱਥੇ ਤੱਕ ਕਿ ਇੱਕ ਛੋਟਾ ਬੱਚਾ ਵੀ ਇਸ ਦਾ ਜਵਾਬ ਦੇ ਸਕਦਾ ਹੈ। ਜੇਕਰ ਪੁੱਛੀਏ ਕਿ ਤੁਹਾਡੇ ਪਿਤਾ ਦੀ ਲਾੜੀ ਕੌਣ ਹੈ, ਉਹ ਕਹਿਣਗੇ ਮੇਰੀ ਮਾਤਾ। ਉਹ ਤੁਰੰਤ ਜਵਾਬ ਜਾਣ ਲੈਣਗੇ। ਆਤਮਾ ਅਤੇ ਲਾੜੀ ਅਰਥਾਤ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਮਨੁੱਖ ਜਾਤੀ ਨੂੰ ਕੁਝ ਪ੍ਰਦਾਨ ਕਰਦੇ ਹਨ। ਉਹ ਸਾਨੂੰ ਕੀ ਦਿੰਦੇ ਹਨ? ਉਹ ਕਹਿੰਦੇ ਹਨ ਆਓ ਅਤੇ ਜੀਵਨ ਦਾ ਜਲ ਲਵੋ। ਧਰਤੀ ਉੱਤੇ ਬਹੁਤ ਸਾਰੇ ਪਦਾਰਥ ਮੌਜੂਦ ਹਨ। ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਪਰਮੇਸ਼ਵਰ ਪਾਣੀ ਦੇ ਪਦਾਰਥ ਦੀ ਵਰਤੋਂ ਕਰਕੇ ਸਾਰੀ ਮਨੁੱਖ ਜਾਤੀ ਨੂੰ ਜੀਵਨ ਦੇ ਰਾਹ ਉੱਤੇ ਲੈ ਜਾਣਾ ਚਾਹੁੰਦੇ ਹਨ? ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਪਾਣੀ ਦੀ ਭੂਮਿਕਾ ਅਤੇ ਕੰਮ ਸਾਡੇ ਜੀਵਨ ਦੀ ਹੋਂਦ ਨਾਲ ਬਹੁਤ ਨੇੜੇ ਤੋਂ ਸੰਬੰਧਿਤ ਹਨ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਮਨੁੱਖੀ ਸਰੀਰ ਦਾ 70% ਹਿੱਸਾ ਪਾਣੀ ਨਾਲ ਬਣਿਆ ਹੈ। ਜੇਕਰ ਅਸੀਂ 1 ਤੋਂ 2% ਪਾਣੀ ਗਵਾ ਦਿੰਦੇ ਹਾਂ ਤਾਂ ਅਸੀਂ ਬਹੁਤ ਪਿਆਸੇ ਹੋ ਜਾਂਦੇ ਹਾਂ। ਜੇਕਰ ਅਸੀਂ ਆਪਣੇ ਸਰੀਰ ਤੋਂ 12% ਪਾਣੀ ਗਵਾ ਦਿੰਦੇ ਹਾਂ ਤਾਂ ਇਹ ਸਾਡੇ ਜੀਵਨ ਨੂੰ ਖਤਰੇ ਵਿੱਚ ਪਾ ਦੇਵੇਗਾ। ਉਸ ਤਰ੍ਹਾਂ ਜੋ ਪਾਣੀ ਸਾਡੇ ਸਰੀਰ ਨੂੰ ਸਰੀਰਕ ਰੂਪ ਨਾਲ ਪ੍ਰਭਾਵਿਤ ਕਰਦਾ ਹੈ, ਜੀਵਨ ਦਾ ਜਲ ਸਾਨੂੰ ਆਤਮਿਕ ਰੂਪ ਨਾਲ ਪ੍ਰਭਾਵਿਤ ਕਰਦਾ ਹੈ। ਜਦ ਅਸੀਂ ਆਤਮਿਕ ਰੂਪ ਨਾਲ ਪਿਆਸ ਮਹਿਸੂਸ ਕਰਦੇ ਹਾਂ ਤਾਂ ਸਾਨੂੰ ਕਿਸ ਦੀ ਭਾਲ ਕਰਨੀ ਚਾਹੀਦੀ ਹੈ? ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਭਾਲ ਕਰਨੀ ਚਾਹੀਦੀ ਹੈ, ਜੋ ਆਤਮਾ ਅਤੇ ਲਾੜੀ ਹੈ, ਅਤੇ ਉਹਨਾਂ ਨਾਲ ਮਿਲਣ ਲਈ ਜਾਣਾ ਚਾਹੀਦਾ ਹੈ। ਹਾਲਾਂਕਿ ਸੰਸਾਰ ਦੇ ਬਹੁਤੇ ਚਰਚ ਲਾੜੀ ਉੱਤੇ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਉਹ ਲਾੜੀ ਉੱਤੇ ਵਿਸ਼ਵਾਸ ਨਹੀਂ ਕਰਦੇ, ਆਖਰਕਾਰ ਉਹ ਇੱਕ ਇਸ ਤਰ੍ਹਾਂ ਦੀ ਸਥਿਤੀ ਵਿੱਚ ਹਨ ਜਿਸ ਵਿੱਚ ਉਹ ਜੀਵਨ ਦਾ ਆਤਮਿਕ ਜਲ ਪ੍ਰਾਪਤ ਨਹੀਂ ਕਰ ਸਕਦੇ ਜੋ ਪਰਮੇਸ਼ਵਰ ਸਾਰੀ ਮਨੁੱਖ ਜਾਤੀ ਨੂੰ ਪ੍ਰਦਾਨ ਕਰਦੇ ਹਨ। ਅੱਜ ਸਾਨੂੰ ਪ੍ਰਕਾਸ਼ ਦੀ ਪੋਥੀ 21 ਵਿੱਚ ਪਰਮੇਸ਼ਵਰ ਦੇ ਵਚਨ ਦੇ ਵੱਲ ਮੁੜਦੇ ਹੋਏ ਲਾੜੀ ਦੇ ਵਿਸ਼ੇ ਵਿੱਚ ਅਧਿਐਨ ਕਰਨ ਦੀ ਲੋੜ ਹੈ। ਆਓ ਅਸੀਂ ਇਸ ਦੇ ਬਾਰੇ ਵਿੱਚ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਵਿੱਚ ਦਿੱਤੀ ਗਈ ਸਿੱਖਿਆ ਨੂੰ ਦੇਖੀਏ। ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ ਛੇਕੜ ਦੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ। ਉਹ ਕੌਣ ਹੈ? ਜਿਹੜੀ ਲੇਲੇ ਦੀ ਪਤਨੀ ਹੈ। ਯੋਹੰਨਾ ਅਧਿਆਇ 1 ਵਚਨ 29 ਦੇ ਅਨੁਸਾਰ ਇੱਥੇ ਲੇਲਾ ਕਿਸ ਨੂੰ ਦਰਸਾਉਂਦਾ ਹੈ? ਇਹ ਯੀਸ਼ੂ ਹਨ ਜਿਨ੍ਹਾਂ ਨੂੰ ਬਾਈਬਲ ਵਿੱਚ ਲੇਲੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਇਹ ਲਿਖਿਆ ਹੈ, ਮੈਂ ਤੈਨੂੰ ਲਾੜੀ ਅਰਥਾਤ ਲੇਲੇ ਦੀ ਪਤਨੀ ਦਿਖਾਵਾਂਗਾ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਅਤੇ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਇੱਕ ਹੀ ਸੰਦੇਸ਼ ਦੀ ਗਵਾਹੀ ਦਿੰਦੇ ਹਨ। ਲੇਲਾ ਅਤੇ ਪਤਨੀ, ਆਤਮਾ ਅਤੇ ਲਾੜੀ। ਹਾਲਾਂਕਿ ਇਹ ਵੱਖਰੇ ਤਰੀਕੇ ਨਾਲ ਪ੍ਰਗਟ ਕੀਤਾ ਗਿਆ ਹੈ। ਇਹ ਪਿਤਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ ਅਤੇ ਕੌਣ ਹੈ? ਮਾਤਾ ਪਰਮੇਸ਼ਵਰ। ਮੈਂ ਤੈਨੂੰ ਲਾੜੀ ਅਰਥਾਤ ਲੇਲੇ ਦੀ ਪਤਨੀ ਦਿਖਾਵਾਂਗਾ। ਆਇਤ 10, ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਉਸ ਨੂੰ ਕੀ ਦਿਖਾਇਆ? ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ। ਸਵਰਗਦੂਤ ਨੇ ਰਸੂਲ ਯੂਹੰਨਾ ਨੂੰ ਕਿਸ ਨੂੰ ਦਿਖਾਉਣ ਦਾ ਵਾਅਦਾ ਕੀਤਾ? ਉਸਨੇ ਰਸੂਲ ਯੂਹੰਨਾ ਨਾਲ ਵਾਅਦਾ ਕੀਤਾ ਕਿ ਉਹ ਉਸ ਨੂੰ ਲਾੜੀ ਅਰਥਾਤ ਲੇਲੇ ਦੀ ਪਤਨੀ ਦਿਖਾਵੇਗਾ ਅਤੇ ਫਿਰ ਉਸ ਨੂੰ ਪਵਿੱਤਰ ਨਗਰ ਯਰੂਸ਼ਲਮ ਨੂੰ ਦਿਖਾਇਆ। ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰਦੇ ਹੋਏ ਸਵਰਗਦੂਤ ਨੇ ਇਹ ਪ੍ਰਕਾਸ਼ਨ ਯੂਹੰਨਾ ਤੱਕ ਲਿਆ। ਲੇਲੇ ਦੀ ਪਤਨੀ ਦਿਖਾਵਾਂਗਾ, ਇਹ ਕਹਿਣ ਤੋਂ ਬਾਅਦ ਉਸਨੇ ਅਸਲ ਵਿੱਚ ਉਸ ਨੂੰ ਯਰੂਸ਼ਲਮ ਨੂੰ ਦਿਖਾਇਆ। ਇਸ ਵਚਨ ਵਿੱਚ ਇੱਕ ਮਹੱਤਵਪੂਰਨ ਸੰਦੇਸ਼ ਲੁਕਿਆ ਹੈ। ਇਹ ਯਰੂਸ਼ਲਮ ਕਿਸ ਨੂੰ ਦਰਸਾਉਂਦਾ ਹੈ? ਸਵਰਗਦੂਤ ਕੀ ਪ੍ਰਗਟ ਕਰਨਾ ਚਾਹੁੰਦਾ ਸੀ ਜਦ ਉਸਨੇ ਪਵਿੱਤਰ ਨਗਰ ਯਰੂਸ਼ਲਮ ਨੂੰ ਦਿਖਾਇਆ? ਆਓ ਅਸੀਂ ਇਸ ਦੇ ਜੋੜੇ ਵਚਨ ਗਲਾਤੀਆਂ ਦੀ ਪੁਸਤਕ ਉੱਤੇ ਜਾਈਏ। ਆਓ ਅਸੀਂ ਗਲਾਤੀਓਂ ਅਧਿਆਇ 4 ਵਚਨ 26 ਉੱਤੇ ਜਾਈਏ। ਪਰ ਯਰੂਸ਼ਲਮ ਜੋ ਉਤਾਹਾਂ ਹੈ। ਜਦ ਪਿਛਲੇ ਵਚਨ ਵਿੱਚ ਲਾੜੀ ਲੇਲੇ ਦੀ ਪਤਨੀ ਨੂੰ ਦਿਖਾਇਆ ਗਿਆ ਸੀ ਤਾਂ ਇਹ ਯਰੂਸ਼ਲਮ ਸੀ ਜੋ ਸਵਰਗ ਤੋਂ ਥੱਲੇ ਆ ਰਹੀ ਸੀ। ਪਰ ਗਲਾਤੀਆਂ ਅਧਿਆਇ 4 ਵਚਨ 26 ਵਿੱਚ ਇਹ ਲਿਖਿਆ ਹੈ, ਪਰ ਯਰੂਸ਼ਲਮ ਜੋ ਉਤਾਹਾਂ ਹੈ। ਦੂਸਰੇ ਸ਼ਬਦਾਂ ਵਿੱਚ ਸਵਰਗੀ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਅੰਤ ਵਿੱਚ ਲਾੜੀ ਲੇਲੇ ਦੀ ਪਤਨੀ ਕਿਸ ਨੂੰ ਦਰਸਾਉਂਦੀ ਹੈ? ਉਹ ਸਾਡੀ ਮਾਤਾ ਨੂੰ ਦਰਸਾਉਂਦੀ ਹੈ। ਆਤਮਾ ਅਤੇ ਲਾੜੀ, ਇਸ ਦਾ ਮਤਲਬ ਇਹ ਹੈ ਕਿ ਆਤਮਾ ਅਤੇ ਕੌਣ ਸਾਨੂੰ ਜੀਵਨ ਦਾ ਜਲ ਦੇਣਗੇ। ਦੂਸਰੇ ਸ਼ਬਦਾਂ ਵਿੱਚ ਇਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ। ਬਾਈਬਲ ਸਾਨੂੰ ਇਸ ਤੱਥ ਤੋਂ ਇਲਾਵਾ ਕੋਈ ਹੋਰ ਗਵਾਹੀ ਨਹੀਂ ਦਿੰਦੀ ਕਿ ਸਿਰਫ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹੀ
ਪੂਰੀ ਮਨੁੱਖ ਜਾਤੀ ਲਈ ਜੀਵਨ ਦਾ ਜਲ ਦੇ ਸਕਦੇ ਹਨ। ਜੋ ਕੋਈ ਵੀ ਆਤਮਿਕ ਰੂਪ ਨਾਲ ਪਿਆਸ ਮਹਿਸੂਸ ਕਰਦਾ ਹੈ, ਉਸ ਨੂੰ ਉਹਨਾਂ ਨੂੰ ਪੱਕਾ ਹੀ ਲੱਭਣਾ ਚਾਹੀਦਾ ਹੈ। ਉਹ ਕੌਣ ਹਨ? ਉਹ ਆਤਮਾ ਤੇ ਲਾੜੀ ਹਨ। ਦੂਸਰੇ ਸ਼ਬਦਾਂ ਵਿੱਚ ਲੋਕਾਂ ਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਲੱਭਣਾ ਚਾਹੀਦਾ ਹੈ। ਸਾਨੂੰ ਕਿਤੇ ਹੋਰ ਨਹੀਂ ਘੁੰਮਣਾ ਚਾਹੀਦਾ। ਸਾਨੂੰ ਕਿਸ ਦੇ ਕੋਲ ਜਾਣਾ ਚਾਹੀਦਾ ਹੈ? ਆਤਮਾ ਅਤੇ ਲਾੜੀ ਦੇ ਕੋਲ। ਸਾਨੂੰ ਬਾਈਬਲ ਦੀ ਭਵਿੱਖਬਾਣੀ ਦੇ ਅਨੁਸਾਰ ਵਿਸ਼ਵਾਸ ਦਾ ਜੀਵਨ ਜਿਉਣਾ ਚਾਹੀਦਾ ਹੈ। ਅੱਜ ਆਸ਼ੀਸ਼ਿਤ ਪਰਬ ਹੈ ਜਦ ਅਸੀਂ ਪਿੰਤੇਕੁਸਤ ਦੀ ਪਵਿੱਤਰ ਆਤਮਾ ਪ੍ਰਾਪਤ ਕਰਦੇ ਹਾਂ। ਅੱਜ ਤੁਸੀਂ ਇਸ ਪਰਬ ਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੋਂ ਪਵਿੱਤਰ ਆਤਮਾ ਪ੍ਰਾਪਤ ਕਰਨ ਦੇ ਲਈ ਮਨਾਉਣ ਲਈ ਆਏ ਹੋ। ਕਿ ਇਹ ਇੱਕੋ ਇੱਕ ਤਰੀਕਾ ਨਹੀਂ ਹੈ ਕਿ ਸਾਨੂੰ ਉਹਨਾਂ ਦੇ ਦੁਆਰਾ ਪਵਿੱਤਰ ਆਤਮਾ ਦੀ ਸ਼ਕਤੀ ਦਿੱਤੀ ਜਾ ਸਕਦੀ ਹੈ। ਗਲਾਤੀਆਂ ਅਧਿਆਇ 4 ਦੇ ਅਨੁਸਾਰ ਇਹਨਾਂ ਸਭ ਨੂੰ ਪੂਰਾ ਕਰਨ ਲਈ ਸਾਨੂੰ ਦੋਵੇਂ ਸਵਰਗੀ ਪਿਤਾ ਅਤੇ ਕਿਸ ਨੂੰ ਲੱਭਣਾ ਚਾਹੀਦਾ ਹੈ? ਸਾਨੂੰ ਸਵਰਗੀ ਮਾਤਾ ਨੂੰ ਵੀ ਲੱਭਣਾ ਚਾਹੀਦਾ ਹੈ। ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਕਿ ਸਵਰਗਦੂਤ ਨੇ ਜਿਸ ਨੇ ਕਿਹਾ ਮੈਂ ਤੈਨੂੰ ਲਾੜੀ ਦਿਖਾਵਾਂਗਾ, ਗਲਤੀ ਨਾਲ ਰਸੂਲ ਯੂਹੰਨਾ ਨੂੰ ਯਰੂਸ਼ਲਮ ਨੂੰ ਦਿਖਾ ਦਿੱਤਾ। ਯਰੂਸ਼ਲਮ ਕਿਸ ਨੂੰ ਸੰਕੇਤ ਕਰਦਾ ਹੈ? ਸਾਨੂੰ ਕਿਸ ਨੂੰ ਲੱਭਣਾ ਚਾਹੀਦਾ ਹੈ? ਸਾਨੂੰ ਇਹ ਸਪਸ਼ਟ ਰੂਪ ਨਾਲ ਸਮਝਣ ਦੇਣ ਲਈ ਕਿ ਯਰੂਸ਼ਲਮ ਕੌਣ ਹੈ ਜਿਸ ਨੂੰ ਰਸੂਲ ਯੂਹੰਨਾ ਨੇ ਦੇਖਿਆ ਹੈ। ਪਰਮੇਸ਼ਵਰ ਨੇ ਗਲਾਤੀਆਂ ਅਧਿਆਇ 4 ਵਿੱਚ ਜਵਾਬ ਦਿੱਤਾ। ਬਾਈਬਲ ਵਿੱਚ ਲਿਖਿਆ ਹੈ, ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਸਵਰਗੀ ਯਰੂਸ਼ਲਮ ਮਾਤਾ ਦੇ ਵਿਸ਼ੇ ਵਿੱਚ ਬਾਈਬਲ ਦੀ ਭਵਿੱਖਬਾਣੀ ਲਈ ਆਓ ਜ਼ਕਰੀਆ ਅਧਿਆਇ 14 ਦੀ ਪੁਸਤਕ ਦੇ ਜ਼ਰੀਏ ਨਾਲ ਇੱਕ ਵਾਰ ਹੋਰ ਪੁਸ਼ਟੀ ਕਰੀਏ ਕਿ ਮਾਤਾ ਤੋਂ ਵਹਿਣ ਵਾਲੇ ਜੀਵਨ ਦੇ ਜਲ ਦਾ ਅਧਿਕਾਰ ਅਤੇ ਆਸ਼ੀਸ਼ ਕੀ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਪ੍ਰਗਟ ਕਰਦਾ ਹੈ ਕਿ ਆਤਮਾ ਤੇ ਲਾੜੀ ਜੀਵਨ ਦਾ ਜਲ ਦਿੰਦੇ ਹਨ। ਆਓ ਅਸੀਂ ਜ਼ਕਰੀਆ ਦੀ ਪੁਸਤਕ ਉੱਤੇ ਜਾਈਏ। ਜ਼ਕਰੀਆ ਅਧਿਆਇ 14 ਵਚਨ 7। ਪਰ ਇੱਕ ਦਿਨ ਹੋਵੇਗਾ ਜਿਹਨੂੰ ਯਹੋਵਾ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ, ਪਰ ਸ਼ਾਮਾਂ ਦੇ ਵੇਲੇ ਚਾਨਣ ਹੋਵੇਗਾ। ਉਸ ਦਿਨ ਯਰੂਸ਼ਲਮ ਤੋਂ ਵਗਦਾ ਹੋਇਆ ਜਲ ਨਿਕਲੇਗਾ। ਇਹ ਵਗਦਾ ਹੋਇਆ ਜਲ ਜੀਵਨ ਦਾ ਜਲ ਹੈ। ਉਸ ਦਿਨ ਵਗਦਾ ਹੋਇਆ ਜਲ ਕਿੱਥੋਂ ਨਿਕਲੇਗਾ? ਯਰੂਸ਼ਲਮ ਤੋਂ। ਯਰੂਸ਼ਲਮ ਕਿਸ ਨੂੰ ਦਰਸਾਉਂਦੀ ਹੈ? ਇਹ ਲਿਖਿਆ ਹੈ, ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਅਤੇ ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਆਖਰਕਾਰ ਜੀਵਨ ਦੇ ਜਲ ਦਾ ਸੋਤਾ ਸਾਡੀ ਸਵਰਗੀ ਯਰੂਸ਼ਲਮ ਮਾਤਾ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਉਸ ਦਿਨ ਇਉਂ ਹੋਵੇਗਾ ਕਿ ਯਰੂਸ਼ਲਮ ਤੋਂ ਜੀਵਨ ਦਾ ਜਲ ਨਿਕਲੇਗਾ, ਜਿਸ ਦਾ ਅੱਧ ਚੜ੍ਹਦੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲਹਿੰਦੇ ਪਾਸੇ ਦੇ ਸਮੁੰਦਰ ਵਿੱਚ। ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ, ਕਿਉਂਕਿ ਜੀਵਨ ਦੇ ਜਲ ਦਾ ਸੋਤਾ ਯਰੂਸ਼ਲਮ ਮਾਤਾ ਹੈ। ਇਸ ਲਈ ਜਦ ਲੋਕ ਆਤਮਿਕ ਰੂਪ ਨਾਲ ਪਿਆਸੇ ਹਨ ਤਾਂ ਉਹਨਾਂ ਨੂੰ ਕਿਸ ਦੇ ਕੋਲ ਆਉਣਾ ਚਾਹੀਦਾ ਹੈ? ਉਹਨਾਂ ਨੂੰ ਆਤਮਾ ਅਤੇ ਲਾੜੀ ਕੋਲ ਆਉਣਾ ਚਾਹੀਦਾ ਹੈ। ਅੱਜ ਸਾਨੂੰ ਪੂਰੀ ਤਰ੍ਹਾਂ ਨਾਲ ਸਮਝਣਾ ਚਾਹੀਦਾ ਹੈ ਕਿ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਕਿਉਂ ਪਰਮੇਸ਼ਵਰ ਨੂੰ ਜਾਣਨਾ ਅਤੇ ਸਵੀਕਾਰ ਕਰਨਾ ਚਾਹੀਦਾ ਹੈ। ਇਸ ਦੇ ਇਲਾਵਾ ਸਾਰੇ ਲੋਕਾਂ ਨੂੰ ਸਿਯੋਨ ਵਿੱਚ ਵਾਪਸ ਜਾਣਾ ਚਾਹੀਦਾ ਹੈ, ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਆਤਮਿਕ ਪਿਆਸ ਬੁਝਾਉਣ ਦੇ ਲਈ ਅਗਵਾਈ ਕਰਦੇ ਹਨ। ਅਸੀਂ ਦੂਸਰਿਆਂ ਦੀ ਤੁਲਨਾ ਵਿੱਚ ਪਹਿਲਾਂ ਸਿਯੋਨ ਆਏ ਹਾਂ, ਪਰ ਹੁਣ ਵੀ ਸਾਡੇ ਆਤਮਿਕ ਭੈਣ ਭਰਾ ਹਨ ਜਿਨ੍ਹਾਂ ਦੀ ਸਵਰਗੀ ਪਿਤਾ ਜੀ ਅਤੇ ਮਾਤਾ ਜੀ ਭਾਲ ਕਰ ਰਹੇ ਹਨ। ਸਾਨੂੰ ਜਲਦੀ ਤੋਂ ਉਹਨਾਂ ਨੂੰ ਸਿਯੋਨ ਦੇ ਬਾਰੇ ਦੱਸਣਾ ਚਾਹੀਦਾ ਹੈ। ਪਿੰਤੇਕੁਸਤ ਦੇ ਦਿਨ ਅਤੇ ਡੇਰਿਆਂ ਦੇ ਪਰਬ ਦੇ ਜ਼ਰੀਏ ਤੋਂ ਜਦ ਅਸੀਂ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਦੇ ਹਾਂ ਤਾਂ ਆਓ ਅਸੀਂ ਨਾ ਸਿਰਫ ਸਵਰਗੀ ਪਿਤਾ ਦੇ ਬਾਰੇ ਵਿੱਚ ਸੱਚਾਈ ਦਾ ਪ੍ਰਚਾਰ ਕਰੀਏ, ਬਲਕਿ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਸਵਰਗੀ ਮਾਤਾ ਦਾ ਵੀ ਪ੍ਰਚਾਰ ਕਰੀਏ। ਇੱਥੇ ਜੀਵਨ ਦੇ ਜਲ ਦਾ ਸੋਤਾ ਹੈ। ਆਓ ਅਤੇ ਆਪਣੇ ਪੂਰੇ ਦਿਲ ਤੋਂ ਆਤਮਿਕ ਪਿਆਸ ਬੁਝਾਓ। ਕਿ ਸਾਨੂੰ ਇਸ ਤਰ੍ਹਾਂ ਨਾਲ ਸਾਰੇ ਲੋਕਾਂ ਦੀ ਅਗਵਾਈ ਨਹੀਂ ਕਰਨੀ ਚਾਹੀਦੀ? ਇਹੀ ਕਾਰਨ ਹੈ ਕਿ ਨਬੀ ਜ਼ਕਰੀਆ ਨੇ ਗਵਾਹੀ ਦਿੱਤੀ ਕਿ ਵਗਦੇ ਹੋਏ ਜਲ ਦਾ ਸੋਤਾ ਸਵਰਗੀ ਯਰੂਸ਼ਲਮ ਮਾਤਾ ਹੈ। ਹੁਣ ਆਓ ਅਸੀਂ ਇਸ ਦੁਨੀਆ ਵਿੱਚ ਜੀਵਨ ਦਾ ਜਲ ਕਿੰਨਾ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਹੈ, ਇਸ ਦੀ ਪੁਸ਼ਟੀ ਕਰਨ ਲਈ ਹਿਜਕੀਏਲ ਅਧਿਆਇ 47 ਵਿੱਚ ਦੇਖਦੇ ਹਾਂ। ਆਓ ਹਿਜਕੀਏਲ ਅਧਿਆਇ 47 ਵਚਨ 1 ਦੇਖੀਏ। ਫਿਰ ਉਹ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ। ਇੱਥੇ ਭਵਨ ਯਰੂਸ਼ਲਮ ਹੈ ਅਤੇ ਵੇਖੋ ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ। ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ
ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ। ਤਦ ਉਹ ਮੈਨੂੰ ਉੱਤਰੀ ਫਾਟਕ ਦੇ ਰਸਤੇ ਬਾਹਰ ਲੈ ਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਬਾਹਰਲੇ ਫਾਟਕ ਤੇ ਮੋੜ ਲਿਆਇਆ, ਅਰਥਾਤ ਚੜ੍ਹਦੇ ਮੂੰਹ ਵਾਲੇ ਫਾਟਕ ਤੇ। ਅਤੇ ਵੇਖੋ ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ ਅਤੇ ਇਸ ਮਨੁੱਖ ਨੇ ਜਿਹਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ 1000 ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੀਕਰ ਸੀ। ਫਿਰ ਉਸਨੇ 1000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੀਕਰ ਸੀ। ਫਿਰ ਉਸਨੇ 1000 ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੀਕਰ ਸੀ। ਫਿਰ ਉਹਨੇ 1000 ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹਨੂੰ ਪਾਰ ਨਹੀਂ ਕਰ ਸਕਦਾ ਸਾਂ, ਕਿਉਂ ਜੋ ਪਾਣੀ ਚੜ ਕੇ ਤਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ ਜਿਹਨੂੰ ਪਾਰ ਕਰਨਾ ਅਸੰਭਵ ਸੀ। ਤਾਂ ਉਹਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਿਆ? ਤਦੋਂ ਮੈਨੂੰ ਲੈ ਆਇਆ ਅਤੇ ਨਾਲ ਦੇ ਕੰਢੇ ਤੇ ਮੋੜ ਲਿਆਂਦਾ। ਜਦੋਂ ਮੈਂ ਮੁੜ ਕੇ ਪੁੱਜਿਆ ਤਾਂ ਵੇਖੋ ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ। ਤਦ ਉਹਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹਦੇ ਪਾਣੀਆਂ ਨੂੰ ਕੀ ਕਰ ਦੇਣਗੇ? ਤਾਜ਼ਾ ਕਰ ਦੇਣਗੇ। ਇਸ ਵਚਨ ਵਿੱਚ ਨਾਲੇ ਦਾ ਨਾਮ ਕੀ ਹੈ? ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਪਰਮੇਸ਼ਵਰ ਦੇ ਭਵਨ ਵਿੱਚੋਂ ਵਹਿਣ ਵਾਲੇ ਜਲ ਨੂੰ ਜੀਵਨ ਦੇ ਜਲ ਦੀ ਨਦੀ ਦੇ ਰੂਪ ਵਿੱਚ ਦੱਸਿਆ ਗਿਆ ਹੈ। ਆਓ ਵਚਨ 9 ਦੇਖੀਏ। ਅਤੇ ਇਉਂ ਹੋਵੇਗਾ ਕਿ ਜਿੱਥੇ ਇਹ ਨਾਲਾ ਵਗਦਾ ਹੈ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ ਉਹ ਕੀ ਕਰਨਗੇ? ਜਿਉਂਦਾ ਰਹਿਣਗੇ, ਕਿਉਂ ਜੋ ਇਹ ਪਾਣੀ ਉੱਥੇ ਪੁੱਜਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿਤੇ ਇਹ ਨਾਲੇ ਪੁੱਜਣਗੇ ਜੀਵਨ ਬਖਸ਼ਣਗੇ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ, ਕਿਉਂ ਜੋ ਇਹ ਪਾਣੀ ਉੱਥੇ ਪੁੱਜਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿਤੇ ਇਹ ਨਾਲੇ ਪੁੱਜਣਗੇ ਜੀਵਨ ਬਖਸ਼ਣਗੇ, ਕਿਉਂਕਿ ਮ੍ਰਿਤ ਸਾਗਰ ਵੀ ਤਾਜ਼ਾ ਹੋ ਜਾਂਦਾ ਹੈ ਅਤੇ ਸਾਰੇ ਜੀਵਿਤ ਪ੍ਰਾਣੀ ਦੁਬਾਰਾ ਜੀਵਿਤ ਹੋ ਜਾਂਦੇ ਹਨ। ਇਸ ਲਈ ਕਿ ਇਹ ਨਾਲਾ ਸੱਚਮੁੱਚ ਜੀਵਨ ਦੇ ਜਲ ਦਾ ਨਾਲਾ ਨਹੀਂ ਹੈ। ਆਓ ਵਚਨ 10 ਦੇ ਨਾਲ ਜਾਰੀ ਰਹੀਏ। ਐਨ ਗਦੀ ਤੋਂ ਲੈ ਕੇ ਐਨ ਐਗਲਾਈਮ ਤੀਕਰ ਜਾਲ ਸੁੱਟਣ ਦੇ ਘਾਟ ਹੋਣਗੇ। ਉਹਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂ ਬਹੁਤ ਹੋਣਗੀਆਂ, ਪਰੰਤੂ ਉਹਦੀਆਂ ਚਿੱਕੜ ਵਾਲੀਆਂ ਅਤੇ ਜਿਲਣ ਵਾਲੀਆਂ ਜਗ੍ਹਾ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਉਹ ਲੂਣ ਵਾਲੀਆਂ ਹੀ ਰਹਿਣਗੀਆਂ। ਅਤੇ ਨਾਲੇ ਦੇ ਨੇੜੇ ਉਹਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਨ੍ਹਾਂ ਦੇ ਪੱਤਰ ਕਦੇ ਨਾ ਮੁੱਕਣਗੇ ਅਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਸੁੱਕਣਗੇ, ਕਿਉਂਕਿ ਨਾਲੇ ਦਾ ਜਲ ਪਵਿੱਤਰ ਸਥਾਨ ਤੋਂ ਨਿਕਲਦਾ ਹੈ। ਉਸ ਵਿੱਚ ਹਰ ਮਹੀਨੇ ਨਵੇਂ-ਨਵੇਂ ਫਲ ਲੱਗਣਗੇ। ਜਲ ਕਿੱਥੋਂ ਨਿਕਲਦਾ ਹੈ? ਉਹ ਪਵਿੱਤਰ ਸਥਾਨ ਅਰਥਾਤ ਅਤ ਪਵਿੱਤਰ ਸਥਾਨ ਤੋਂ ਨਿਕਲਦਾ ਹੈ, ਜਿੱਥੇ ਪਰਮੇਸ਼ਵਰ ਰਹਿੰਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤਰ ਦਵਾਈ ਦੇ ਕੰਮ ਆਉਣਗੇ। ਸਾਨੂੰ ਪਵਿੱਤਰ ਸਥਾਨ ਦੇ ਬਾਰੇ ਵਿੱਚ ਵਧੇਰਾ ਅਧਿਐਨ ਕਰਨਾ ਚਾਹੀਦਾ ਹੈ, ਪਰ ਆਓ ਅਸੀਂ ਦੂਸਰੇ ਸਮੇਂ ਵਿੱਚ ਇਸ ਤਰ੍ਹਾਂ ਕਰੀਏ। ਪਵਿੱਤਰ ਸਥਾਨ ਅਤੇ ਅਤ ਪਵਿੱਤਰ ਸਥਾਨ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਦਰਸਾਉਂਦੇ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 22 ਕਹਿੰਦਾ ਹੈ ਕਿ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਤੋਂ ਵਹਿਣ ਵਾਲਾ ਜਲ ਜੀਵਨ ਦਾ ਜਲ ਹੈ। ਜ਼ਕਰੀਆ ਅਧਿਆਇ 14 ਵੀ ਗਵਾਹੀ ਦਿੰਦਾ ਹੈ ਕਿ ਜੀਵਨ ਦਾ ਜਲ ਯਰੂਸ਼ਲਮ ਤੋਂ ਨਿਕਲੇਗਾ। ਅਤੇ ਗਲਾਤੀਆਂ ਅਧਿਆਇ 4 ਕਹਿੰਦਾ ਹੈ ਕਿ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਸਵਰਗੀ ਮਾਤਾ ਤੋਂ ਵਹਿਣ ਵਾਲਾ ਜੀਵਨ ਦਾ ਜਲ ਸਾਗਰ ਵਿੱਚ ਜਾਂਦਾ ਹੈ, ਜੋ ਸਾਰੇ ਸੰਸਾਰ ਨੂੰ ਦਰਸਾਉਂਦਾ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 17 ਦੇ ਅਨੁਸਾਰ ਸਮੁੰਦਰ ਦੁਨੀਆ ਦੇ ਸਾਰੇ ਲੋਕਾਂ ਨੂੰ ਦਰਸਾਉਂਦਾ ਹੈ, ਕਿਉਂਕਿ ਪਰਮੇਸ਼ਵਰ ਦੀ ਸੱਚਾਈ ਫੈਲਦੀ ਹੈ ਅਤੇ ਸਵਰਗੀ ਪਿਤਾ ਜੀ ਅਤੇ ਮਾਤਾ ਜੀ ਦੇ ਵਚਨ ਪੂਰੀ ਦੁਨੀਆ ਵਿੱਚ ਫੈਲਦੇ ਹਨ, ਤਾਂ ਮਰੀਆਂ ਹੋਈਆਂ ਆਤਮਾਵਾਂ ਨੂੰ ਵੀ ਦੁਬਾਰਾ ਜੀਵਿਤ ਕੀਤਾ ਜਾ ਰਿਹਾ ਹੈ। ਇਹ ਚਮਤਕਾਰ ਕਿੱਥੇ ਹੁੰਦਾ ਹੈ? ਜਿੱਥੇ ਕਿਤੇ ਜੀਵਨ ਦਾ ਜਲ ਪਹੁੰਚਦਾ ਹੈ। ਜਿੱਥੇ ਵੀ ਜੀਵਨ ਦਾ ਜਲ ਵਗਦਾ ਹੈ ਉੱਥੇ ਸਭ ਕੁਝ ਜੀਵਿਤ ਹੁੰਦਾ ਹੈ, ਪਰ ਜਿਸ ਸਥਾਨ ਉੱਤੇ ਇਹ ਨਹੀਂ ਪਹੁੰਚਦਾ ਉਹ ਮਰ ਜਾਂਦਾ ਹੈ। ਕੀ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਸਾਮਰੀਆ ਅਤੇ ਧਰਤੀ ਦੇ ਬੰਨੇ ਤੀਕਰ ਜੀਵਨ ਦੇ ਵਚਨ ਦਾ ਪ੍ਰਚਾਰ ਕਰਨ ਦਾ ਹੁਕਮ ਨਹੀਂ ਦਿੱਤਾ ਹੈ? ਜੇਕਰ ਇਹ 4 ਕਿਲੋਮੀਟਰ ਤੱਕ ਪਹੁੰਚਦਾ ਹੈ ਤਾਂ 4 ਕਿਲੋਮੀਟਰ ਦੇ ਅੰਦਰ ਸਾਰੇ ਲੋਕ ਜੀਵਿਤ ਰਹਿ ਸਕਦੇ ਹਨ। ਜੇਕਰ ਇਹ 40 ਕਿਲੋਮੀਟਰ ਤੱਕ ਪਹੁੰਚਦਾ ਹੈ ਤਾਂ 40 ਕਿਲੋਮੀਟਰ ਦੇ ਅੰਦਰ ਸਾਰੇ ਲੋਕ ਜਿਉਂਦੇ ਰਹਿ ਸਕਦੇ ਹਨ।
ਜੇਕਰ ਇਹ 400 ਕਿਲੋਮੀਟਰ ਤੱਕ ਪਹੁੰਚਦਾ ਹੈ ਤਾਂ 400 ਕਿਲੋਮੀਟਰ ਦੇ ਅੰਦਰ ਸਾਰੇ ਲੋਕ ਜਿਉਂਦੇ ਰਹਿ ਸਕਦੇ ਹਨ। ਜੇਕਰ ਇਹ 4000 ਕਿਲੋਮੀਟਰ ਤੱਕ ਪਹੁੰਚਦਾ ਹੈ ਤਾਂ 4000 ਕਿਲੋਮੀਟਰ ਦੇ ਅੰਦਰ ਸਾਰੇ ਲੋਕ ਜਿਉਂਦੇ ਰਹਿ ਸਕਦੇ ਹਨ। ਭਲੇ ਹੀ ਜਲ ਵਿੱਚ ਇਸ ਤਰ੍ਹਾਂ ਦੀ ਜ਼ਬਰਦਸਤ ਸ਼ਕਤੀ ਹੈ, ਪਰ ਕੀ ਹੋਵੇਗਾ ਜੇਕਰ ਅਸੀਂ ਨਾ ਜਾਈਏ ਅਤੇ ਪ੍ਰਚਾਰ ਨਾ ਕਰੀਏ? ਕੋਈ ਵੀ ਜਿਉਂਦਾ ਨਹੀਂ ਰਹਿ ਸਕਦਾ ਅਤੇ ਲੋਕਾਂ ਕੋਲ ਕੋਈ ਰਾਹ ਜਾਂ ਦਿਸ਼ਾ ਨਹੀਂ ਹੋਵੇਗੀ ਜਿਸ ਨਾਲ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ। ਸਿਰਫ ਇਸ ਕੰਮ ਨੂੰ ਕੌਣ ਕਰ ਸਕਦਾ ਹੈ? ਇਹ ਸਿਰਫ ਆਤਮਾ ਅਤੇ ਲਾੜੀ ਹੈ ਜੋ ਜੀਵਨ ਦਾ ਜਲ ਦੇ ਸਕਦੇ ਹਨ। ਜੀਵਨ ਦਾ ਜਲ ਜਿੱਥੇ ਵੀ ਵਗਦਾ ਹੈ ਉੱਥੇ ਸਭ ਕੁਝ ਜੀਵਿਤ ਹੁੰਦਾ ਹੈ। ਸਮਾਜ ਦੇ ਸਾਰੇ ਲੋਕਾਂ ਨੂੰ ਬਾਈਬਲ ਵਿੱਚ ਸਮੁੰਦਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਇੱਕ ਤੋਂ ਬਾਅਦ ਇੱਕ ਉਹ ਸਾਰੇ ਜੀਵਿਤ ਹੁੰਦੇ ਹਨ। ਮੱਛੀਆਂ ਵੀ ਬਹੁਤ ਹੋ ਜਾਣਗੀਆਂ। ਇੱਥੇ ਲੋਕਾਂ ਨੂੰ ਮੱਛੀਆਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਜਦ ਯੀਸ਼ੂ ਨੇ ਪਤਰਸ ਨੂੰ ਆਪਣੇ ਚੇਲਿਆਂ ਵਿੱਚੋਂ ਇੱਕ ਹੋਣ ਦੇ ਲਈ ਬੁਲਾਇਆ ਤਾਂ ਕੀ ਉਹਨਾਂ ਨੇ ਉਸ ਨੂੰ ਮਨੁੱਖਾਂ ਨੂੰ ਫੜਨ ਵਾਲਾ ਮਛੇਰਾ ਬਣੋ ਨਹੀਂ ਕਿਹਾ? ਇੱਕ ਮਛੇਰੇ ਲਈ ਮੱਛੀ ਫੜਨਾ ਹੀ ਉਸ ਦੀ ਰੋਜੀ ਰੋਟੀ ਹੈ। ਬਾਈਬਲ ਕਹਿੰਦੀ ਹੈ ਕਿ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਜਿਉਂਦੀਆਂ ਰਹਿਣਗੀਆਂ ਕਿਉਂਕਿ ਉਸ ਵਿੱਚ ਜੀਵਨ ਦਾ ਜਲ ਵਗਦਾ ਹੈ। ਹੁਣ ਕਈ ਲੋਕਾਂ ਨੂੰ ਦੁਬਾਰਾ ਜਿਉਂਦਾ ਕੀਤਾ ਜਾ ਰਿਹਾ ਹੈ। ਕੀ ਹੋਵੇਗਾ ਜੇਕਰ ਅਸੀਂ ਇਹ ਨਾ ਜਾਣਦੇ ਹੋਏ ਕਿ ਉਹਨਾਂ ਕੋਲ ਇੰਨੀ ਵੱਡੀ ਸ਼ਕਤੀ ਹੈ? ਸਵਰਗੀ ਪਿਤਾ ਜੀ ਦਾ ਪ੍ਰਚਾਰ ਕਰਨ ਅਤੇ ਸਵਰਗੀ ਮਾਤਾ ਜੀ ਦੀ ਮਹਿਮਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਝਿਜਕਦੇ ਹਾਂ। ਲੋਕਾਂ ਕੋਲ ਖੁਸ਼ਖਬਰੀ ਸੁਣਨ ਦਾ ਕੋਈ ਮੌਕਾ ਨਹੀਂ ਹੋਵੇਗਾ ਅਤੇ ਉਹ ਦੁਬਾਰਾ ਜਿਉਂਦੇ ਹੋਣ ਵਿੱਚ ਅਸਫਲ ਹੋਣਗੇ। ਤਾਂ ਪਰਮੇਸ਼ਵਰ ਨੇ ਸਾਨੂੰ ਕੀ ਹੁਕਮ ਦਿੱਤਾ? ਉਹਨਾਂ ਨੇ ਸਾਨੂੰ ਸਭ ਸਿਉਂ ਦੀਆਂ ਸੰਤਾਨਾਂ ਨੂੰ ਆਪਣੇ ਵਚਨ ਲੋਕਾਂ ਨੂੰ ਦੱਸਣ ਦਾ ਹੁਕਮ ਦਿੱਤਾ, ਭਲੇ ਹੀ ਉਹ ਸੁਣਨ ਜਾਂ ਨਾ ਸੁਣਨ। ਬੇਸ਼ੱਕ ਦਲਦਲ ਅਤੇ ਟੋਏ ਦੇ ਵਾਂਗ ਲੋਕ ਹਨ। ਬਾਈਬਲ ਕਹਿੰਦੀ ਹੈ ਕਿ ਦਲਦਲ ਅਤੇ ਟੋਏ ਤਾਜ਼ਾ ਨਹੀਂ ਹੋਣਗੇ। ਕੁਝ ਲੋਕ ਇਸ ਤਰ੍ਹਾਂ ਵੀ ਹੋ ਸਕਦੇ ਹਨ ਜੋ ਸਚਾਈ ਦੇ ਵਚਨ ਨੂੰ ਨਹੀਂ ਸਮਝ ਸਕਦੇ, ਭਲੇ ਹੀ ਅਸੀਂ ਕਿੰਨੀ ਹੀ ਵਾਰ ਉਹਨਾਂ ਨੂੰ ਇਹ ਸਿਖਾ ਦਈਏ। ਪਰ ਜਦ ਜੀਵਨ ਦਾ ਜਲ ਉਹਨਾਂ ਤੱਕ ਪਹੁੰਚਦਾ ਹੈ ਤਾਂ ਬਹੁਤੇ ਲੋਕਾਂ ਦਾ ਕੀ ਹੋਵੇਗਾ? ਸਵਰਗ ਦੀ ਸਾਰੀਆਂ ਸੰਤਾਨਾਂ ਨੂੰ ਦੁਬਾਰਾ ਜੀਵਿਤ ਹੋਣ ਦੀ ਭਵਿੱਖਬਾਣੀ ਦਿੱਤੀ ਗਈ ਹੈ ਅਤੇ ਉਹ ਪਿਤਾ ਜੀ ਅਤੇ ਮਾਤਾ ਜੀ ਦੀ ਬਾਹਾਂ ਵਿੱਚ ਵਾਪਸ ਆਉਂਦੀਆਂ ਹਨ। ਇਹ ਇੱਕ ਇਸ ਤਰ੍ਹਾਂ ਦੀ ਭਵਿੱਖਬਾਣੀ ਹੈ ਜਿਸ ਨੂੰ ਬਿਨਾਂ ਅਸਫਲ ਹੋਏ ਪੂਰਾ ਹੋਣਾ ਚਾਹੀਦਾ ਹੈ। ਕਿ ਸਾਨੂੰ ਵਿਸ਼ਵਾਸ ਕਰਕੇ ਇਸ ਨੂੰ ਅਭਿਆਸ ਵਿੱਚ ਨਹੀਂ ਲਿਆਉਣਾ ਚਾਹੀਦਾ ਹੈ? ਆਓ ਪ੍ਰਕਾਸ਼ ਦੀ ਪੋਥੀ ਅਧਿਆਇ 22 ਉੱਤੇ ਇੱਕ ਨਜ਼ਰ ਪਾਈਏ। ਵਚਨ 1, ਉਸਨੇ ਜੀਵਨ ਦੇ ਜਲ ਦੀ ਇੱਕ ਨਦੀ ਬਿਲੋਰ ਵਾਂਗੂ ਉਜਲ ਪਰਮੇਸ਼ਵਰ ਅਤੇ ਲੀਲੇ ਦੇ ਸਿੰਘਾਸਣ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ। ਅਸੀਂ ਉਹ ਹਰ ਮਹੀਨੇ ਫਲਦਾ ਸੀ ਦਾ ਸਮੀਕਰਨ ਬਾਈਬਲ ਵਿੱਚ ਕਿੱਥੇ ਪਾ ਸਕਦੇ ਹਾਂ? ਕਿ ਅਸੀਂ ਇਸ ਨੂੰ ਹਿਜਕੇਲ ਅਧਿਆਇ 47 ਵਿੱਚ ਨਹੀਂ ਪਾ ਸਕਦੇ ਹਾਂ? ਅਤੇ ਉਸ ਬਿਰਛ ਦੇ ਪੱਤੇ ਕੋਮਾਂ ਦੇ ਇਲਾਜ ਦੇ ਲਈ ਹਨ। ਹਿਜਕੇਲ ਅਧਿਆਇ 47 ਕਹਿੰਦਾ ਹੈ ਪੱਤੇ ਦਵਾਈ ਦੇ ਕੰਮ ਆਉਣਗੇ ਅਤੇ ਇੱਥੇ ਇਹ ਲਿਖਿਆ ਹੈ ਉਹ ਬਿਰਛ ਦੇ ਪੱਤੇ ਕੋਮਾਂ ਦੇ ਇਲਾਜ ਦੇ ਲਈ ਹਨ। ਵਚਨ 3, ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ, ਕਿਉਂ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਉਹ ਜੁਗੋ ਜੁਗ ਭਾਵ ਹਮੇਸ਼ਾ ਦੇ ਲਈ ਰਾਜ ਕਰਨਗੇ। ਵਚਨ 6, ਫਿਰ ਉਹਨ ਮੈਨੂੰ ਆਖਿਆ ਇਹ ਵਚਨ ਨੇਚਾ ਜੋਗ ਅਤੇ ਸੱਤ ਹਨ। ਇਸ ਦਾ ਮਤਲਬ ਹੈ ਕਿ ਇਹ ਵਚਨ ਕਦੇ ਝੂਠ ਨਹੀਂ ਹੋ ਸਕਦੇ। ਪ੍ਰਭੂ ਨੇ ਜਿਹੜਾ ਨਬੀਆਂ ਦਿਆਂ ਆਤਮਿਆਂ ਦਾ ਪਰਮੇਸ਼ਵਰ ਹੈ ਆਪਣਾ ਦੂਤ ਘੱਲਿਆ ਭਈ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣੇ ਦਾਸਾਂ ਨੂੰ ਵਿਖਾਵੇ। ਬਾਈਬਲ ਕਹਿੰਦੀ ਹੈ ਉਹ ਜੁਗੋ ਜੁਗ ਰਾਜ ਕਰਨਗੇ। ਇੱਥੇ ਉਹ ਕਿਸ ਨੂੰ ਦਰਸਾਉਂਦੇ ਹਨ? ਆਓ ਅਧਿਆਇ 22 ਵਚਨ 1 ਦੇਖੀਏ। ਉਸਨੇ ਜੀਵਨ ਦੇ ਜਲ ਦੀ ਇੱਕ ਨਦੀ ਬਲੌਰ ਵਾਂਗੂ ਉਜਲ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ। ਅਸੀਂ ਠੀਕ ਇੱਕ ਹੀ ਦ੍ਰਿਸ਼ ਹਿਜਕੇਲ ਅਧਿਆਇ 47 ਵਿੱਚ ਦੇਖ ਸਕਦੇ ਹਾਂ ਅਤੇ ਉਸ ਬਿਰਛ ਦੇ ਪੱਤੇ ਕੋਮਾਂ ਦੇ ਇਲਾਜ ਦੇ ਲਈ ਹਨ। ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ਵਰ ਅਤੇ ਲੀਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ। ਉਹ ਲੋਕ ਜੋ ਪਰਮੇਸ਼ਵਰ ਦੀ ਕਿਰਪਾ ਦੇ ਅਧੀਨ ਹਨ, ਦੂਸਰੇ ਸ਼ਬਦਾਂ ਵਿੱਚ ਉਹ ਲੋਕ ਜੋ ਆਤਮਾ ਅਤੇ ਲਾੜੀ ਤੋਂ ਜੀਵਨ ਦਾ ਜਲ ਪ੍ਰਾਪਤ ਕਰਦੇ ਹਨ, ਜਿਵੇਂ ਕਿ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਲਿਖਿਆ ਹੈ, ਸਵਰਗ ਵਿੱਚ ਜੁਗੋ ਜੁਗ ਰਾਜ ਕਰਨਗੇ। ਪਰਮੇਸ਼ਵਰ ਨੇ ਰਸੂਲ ਯੂਹੰਨਾ ਨੂੰ ਇਹਨਾਂ ਲੋਕਾਂ ਦਾ ਦਰਸ਼ਨ ਵਿਖਾਇਆ।
ਇਸ ਲਈ ਸਾਨੂੰ ਸਵਰਗੀ ਪਿਤਾ ਦੇ ਇਲਾਵਾ ਕਿਸ ਨੂੰ ਲੱਭਣਾ ਚਾਹੀਦਾ ਹੈ? ਸਾਨੂੰ ਸਵਰਗੀ ਮਾਤਾ ਜੀ ਨੂੰ ਲੱਭਣਾ ਚਾਹੀਦਾ ਹੈ ਅਤੇ ਸਵਰਗੀ ਮਾਤਾ ਜੀ ਉੱਤੇ ਸਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਹਿਜਕੀਏਲ ਅਧਿਆਇ 47 ਕਹਿੰਦਾ ਹੈ ਕਿ ਜੀਵਨ ਦਾ ਜਲ ਭਵਨ ਵਿੱਚੋਂ ਨਿਕਲਦਾ ਹੈ ਅਤੇ ਪ੍ਰਕਾਸ਼ ਦੀ ਪੋਥੀ 22 ਕਹਿੰਦਾ ਹੈ ਕਿ ਜੀਵਨ ਦਾ ਜਲ ਪਰਮੇਸ਼ਵਰ ਦੇ ਸਿੰਘਾਸਨ ਤੋਂ ਵਗਦਾ ਹੈ। ਇੱਥੇ ਜੀਵਨ ਦਾ ਜਲ ਪਰਮੇਸ਼ਵਰ ਦੇ ਸਿੰਘਾਸਨ ਤੋਂ ਵਗ ਰਿਹਾ ਹੈ ਅਤੇ ਹਿਜਕੀਏਲ ਵਿੱਚ ਉਹ ਭਵਨ ਤੋਂ ਵਗ ਰਿਹਾ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਦੇ ਅਨੁਸਾਰ ਆਤਮਾ ਤੇ ਲਾੜੀ ਸਾਨੂੰ ਜੀਵਨ ਦਾ ਜਲ ਦਿੰਦੇ ਹਨ ਅਤੇ ਜ਼ਕਰੀਆ 14 ਕਹਿੰਦਾ ਹੈ ਕਿ ਜੀਵਨ ਦਾ ਜਲ ਯਰੂਸ਼ਲਮ ਤੋਂ ਵਗਦਾ ਹੈ। ਇਹ ਸਾਰੇ ਵੇਰਵਿਆਂ ਦਾ ਅਰਥ ਇੱਕ ਹੀ ਗੱਲ ਹੈ, ਭਲੇ ਹੀ ਉਹ ਥੋੜੇ ਵੱਖਰੇ ਤਰੀਕੇ ਨਾਲ ਪ੍ਰਗਟ ਕੀਤੇ ਜਾਂਦੇ ਹਨ। ਆਓ ਯਿਰਮੀਆ ਅਧਿਆਇ 3 ਵਚਨ 17 ਦੇ ਦੁਆਰਾ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਉਹ ਸਾਰਿਆਂ ਦਾ ਇੱਕ ਹੀ ਮਤਲਬ ਹੈ। ਉਸ ਵੇਲੇ ਉਹ ਯਰੂਸ਼ਲਮ ਨੂੰ ਯਹੋਵਾ ਦਾ ਸਿੰਘਾਸਨ ਆਖਣਗੇ ਅਤੇ ਉਹਦੇ ਕੋਲ ਯਹੋਵਾ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣਗੀਆਂ। ਇਸ ਲਈ ਜਦ ਬਾਈਬਲ ਪ੍ਰਕਾਸ਼ ਦੀ ਪੋਥੀ 21 ਵਿੱਚ ਕਹਿੰਦੀ ਹੈ ਕਿ ਜੀਵਨ ਦਾ ਜਲ ਪਰਮੇਸ਼ਵਰ ਦੇ ਸਿੰਘਾਸਨ ਤੋਂ ਵਗਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਆਖਰਕਾਰ ਜੀਵਨ ਦਾ ਜਲ ਯਰੂਸ਼ਲਮ ਤੋਂ ਵਗਦਾ ਹੈ। ਜ਼ਕਰੀਆ ਅਧਿਆਇ 14 ਕਹਿੰਦਾ ਹੈ ਉਸ ਦਿਨ ਯਰੂਸ਼ਲਮ ਤੋਂ ਜੀਵਨ ਦਾ ਜਲ ਨਿਕਲੇਗਾ। ਉਹ ਯਰੂਸ਼ਲਮ ਜੋ ਆਜ਼ਾਦ ਹੈ ਕਿਸ ਨੂੰ ਦਰਸਾਉਂਦੀ ਹੈ? ਇਸ ਲਈ ਸਾਰਿਆਂ ਨੂੰ ਮਾਤਾ ਜੀ ਕੋਲ ਆਉਣਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ ਕਿਰਪਾ ਮੈਨੂੰ ਜੀਵਨ ਦਾ ਜਲ ਦਿਓ। ਜੀਵਨ ਦਾ ਜਲ ਸਵਰਗੀ ਮਾਤਾ ਜੀ ਤੋਂ ਹੀ ਆਉਂਦਾ ਹੈ, ਧਰਤੀ ਉੱਤੇ ਕਿਤੇ ਹੋਰ ਮੌਜੂਦ ਨਹੀਂ ਹੈ। ਸਿਰਫ ਉਹ ਜੋ ਪਿਤਾ ਜੀ ਅਤੇ ਮਾਤਾ ਜੀ ਨੂੰ ਲੱਭਦੇ ਹਨ ਉਹਨਾਂ ਨੂੰ ਕੀ ਪ੍ਰਦਾਨ ਕੀਤਾ ਜਾ ਸਕਦਾ ਹੈ? ਉਹ ਜੀਵਨ ਦਾ ਜਲ ਪ੍ਰਾਪਤ ਕਰ ਸਕਦੇ ਹਨ। ਜਿਵੇਂ ਕਿ ਵਚਨ 5 ਵਿੱਚ ਦਰਜ ਕੀਤਾ ਗਿਆ ਹੈ, ਸਿਰਫ ਉਹ ਜੋ ਜੀਵਨ ਦਾ ਜਲ ਪ੍ਰਾਪਤ ਕਰਦੇ ਹਨ ਇਹ ਉਹ ਹਨ ਜੋ ਜੁਗੋ ਜੁਗ ਪਰਮੇਸ਼ਵਰ ਦੇ ਰਾਜ ਵਿੱਚ ਰਾਜ ਕਰਨਗੇ। ਅੱਜ ਪਵਿੱਤਰ ਪਰਬ ਪਿੰਤੇਕੁਸ ਦਾ ਦਿਨ ਹੈ ਜਦ ਅਸੀਂ ਪਵਿੱਤਰ ਆਤਮਾ ਪ੍ਰਾਪਤ ਕਰਦੇ ਹਾਂ ਜੋ ਪਿਤਾ ਜੀ ਅਤੇ ਮਾਤਾ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਹੈ। ਇਸ ਪਰਬ ਦੇ ਦੁਆਰਾ ਮਸੀਹ ਅਨਸੰਗ ਜੀ ਨੇ ਜ਼ੋਰ ਦੇ ਕੇ ਆਖਿਆ ਪਰਮੇਸ਼ਵਰ ਨੂੰ ਜਾਣਨਾ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਸ਼ਰਤ ਹੈ। ਜਦ ਅਸੀਂ ਸੰਸਾਰ ਵਿੱਚ ਲੋਕਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਹੋ, ਹਰ ਚਰਚ ਵਾਲਾ ਕਹਿੰਦਾ ਹੈ ਹਾਂ ਮੈਂ ਪਰਮੇਸ਼ਵਰ ਨੂੰ ਜਾਣਦਾ ਹਾਂ। ਭਲੇ ਹੀ ਉਹਨਾਂ ਨੂੰ ਲੱਗਦਾ ਹੈ ਕਿ ਉਹ ਪਰਮੇਸ਼ਵਰ ਨੂੰ ਜਾਣਦੇ ਹਨ, ਪਰ ਉਹ ਜਿਸ ਪਰਮੇਸ਼ਵਰ ਨੂੰ ਜਾਣਦੇ ਹਨ ਉਹ ਅਸਲ ਵਿੱਚ ਬਿਲਕੁਲ ਵੱਖਰਾ ਹੈ। ਉਹ ਉਸ ਪਰਮੇਸ਼ਵਰ ਨੂੰ ਲੱਭਣ ਵਿੱਚ ਸਫਲ ਹੁੰਦੇ ਹਨ ਜਿਨ੍ਹਾਂ ਨੇ ਸਭ ਚੀਜ਼ਾਂ ਨੂੰ ਬਣਾਇਆ ਅਤੇ ਜੀਵਨ, ਮੌਤ, ਸਰਾਪ ਅਤੇ ਆਸ਼ੀਸ਼ ਨੂੰ ਨਿਯੰਤਰਿਤ ਕਰਦੇ ਹਨ। ਐਲੋਹਿਮ ਪਰਮੇਸ਼ਵਰ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੇ ਇਲਾਵਾ ਸੱਚਾ ਪਰਮੇਸ਼ਵਰ ਕੋਈ ਹੋਰ ਨਹੀਂ ਹੈ। ਕਿਉਂਕਿ ਉਹ ਐਲੋਹਿਮ ਪਰਮੇਸ਼ਵਰ ਨੂੰ ਜਾਣਨ ਅਤੇ ਉਹਨਾਂ ਨੂੰ ਲੱਭਣ ਵਿੱਚ ਅਸਫਲ ਰਹਿੰਦੇ ਹਨ। ਉਹ ਨਹੀਂ ਜਾਣਦੇ ਕਿ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਆਤਮਾ ਤੇ ਲਾੜੀ ਕੌਣ ਹੈ। ਬਾਈਬਲ ਉਹਨਾਂ ਨੂੰ ਜੀਵਨ ਦੇ ਜਲ ਨੂੰ ਪ੍ਰਾਪਤ ਕਰਨ ਲਈ ਆਤਮਾ ਤੇ ਲਾੜੀ ਦੇ ਕੋਲ ਆਉਣ ਦੇ ਲਈ ਸੱਦਾ ਦਿੰਦੀ ਹੈ, ਪਰ ਉਹ ਇਹ ਜਾਣਨ ਵਿੱਚ ਵੀ ਅਸਫਲ ਰਹਿੰਦੇ ਹਨ ਕਿ ਜੀਵਨ ਦਾ ਜਲ ਕਿੱਥੇ ਵਗਦਾ ਹੈ। ਸਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿਖਾਉਣਾ ਚਾਹੀਦਾ ਹੈ। ਫਿਰ ਉਹ ਕੌਣ ਹੈ ਜਿਸ ਦੇ ਬਾਰੇ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੈ? ਸਾਨੂੰ ਪ੍ਰਚਾਰ ਕਰਨ ਦੀ ਲੋੜ ਹੈ ਕਿ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਤਮਾ ਤੇ ਲਾੜੀ ਮਨੁੱਖ ਜਾਤੀ ਨੂੰ ਬਚਾਉਣ ਲਈ ਇਸ ਧਰਤੀ ਉੱਤੇ ਆਏ ਹਨ। ਜੇਕਰ ਤੁਸੀਂ ਸੱਚਾ ਜੀਵਨ ਦਾ ਜਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਵਰਗੀ ਪਿਤਾ ਜੀ ਅਤੇ ਸਵਰਗੀ ਮਾਤਾ ਜੀ ਦੇ ਕੋਲ ਆਓ। ਉਹ ਸਿਓਨ ਹੈ ਜਿੱਥੇ ਪਿਤਾ ਜੀ ਅਤੇ ਮਾਤਾ ਜੀ ਰਹਿੰਦੇ ਹਨ। ਤੁਹਾਨੂੰ ਸਾਰਿਆਂ ਨੂੰ ਸਿਓਨ ਵਿੱਚ ਆਉਣਾ ਚਾਹੀਦਾ ਹੈ। ਮੈਂ ਇਮਾਨਦਾਰੀ ਨਾਲ ਤੁਹਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਲਈ ਕਹਿਣਾ ਚਾਹੁੰਦਾ ਹਾਂ। ਇਸ ਦੇ ਦੁਆਰਾ ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।